ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ। ਕਲੀਅਰ? ਤਾਂ ਅੱਜ ਨਾ ਆਪਾਂ ਉਸ ਨੂੰ ਕੰਟੀਨਿਊ ਕਰਾਂਗੇ। ਈਟੀਟੀ ਕੈਡਰ ਦਾ ਐਗਜ਼ਾਮ ਤੁਹਾਨੂੰ ਪਤਾ ਹੀ ਹੈ ਨੀਅਰ ਹੈ, ਤਾਂ ਮੋਸਟਲੀ ਆਪਾਂ ਕਾਫੀ ਸਾਰੇ ਚੈਪਟਰਸ ਕੰਪਲੀਟ ਕਰ ਚੁੱਕੇ ਹਾਂ। ਅਗਰ ਤੁਸੀਂ ਨਈ ਵੀਡੀਓਜ਼ ਦੇਖੀਆਂ ਤਾਂ ਦੇਖ ਲਿਓ। ਅੱਜ ਆਪਾਂ ਈਟੀਟੀ ਕੈਡਰ ਦਾ ਨੈਕਸਟ ਚੈਪਟਰ ਕਰਾਂਗੇ ਐਟਮ ਐਂਡ ਮੋਲੀਕਿਊਲ, ਜੋ ਕੈਮਿਸਟਰੀ ਦਾ ਚੈਪਟਰ ਹੈ। ਮੈਂ ਕੋਸ਼ਿਸ਼ ਕਰੂੰਗੀ ਤੁਹਾਡੇ ਐਗਜ਼ਾਮਸ ਤੋਂ ਪਹਿਲਾਂ ਆਪਾਂ ਸਾਰੇ ਚੈਪਟਰ ਕੰਪਲੀਟ ਕਰ ਲਈਏ ਐਂਡ ਐਮਸੀਕਿਊਜ਼ ਨੂੰ ਸੋਲਵ ਕਰ ਲਈਏ। ਠੀਕ ਹੈ ਜੀ, ਸੋ ਦੈਟ ਤੁਹਾਡੀ ਇੱਕ ਪ੍ਰੋਪਰ ਵੇ ਦੇ ਵਿੱਚ ਪ੍ਰਿਪਰੇਸ਼ਨ ਹੋ ਸਕੇ ਐਗਜ਼ਾਮ ਦੀ। ਅੱਜ ਆਪਾਂ ਜੋ ਚੈਪਟਰ ਕਰਨਾ ਉਹ ਆਪਣੇ ਕੋਲ ਕੀ ਹੈ, ਐਟਮ ਐਂਡ ਮੋਲੀਕਿਊਲ। ਉਮੀਦ ਹੈ ਤੁਹਾਨੂੰ ਵਧੀਆ ਸਮਝ ਆਊਗਾ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ, ਅਗਰ ਆਪਾਂ ਗੱਲ ਕਰੀਏ ਐਟਮ ਐਂਡ ਮੋਲੀਕਿਊਲ ਦੀ, ਐਟਮਸ ਐਂਡ ਮੋਲੀਕਿਊਲ, ਇਸ ਚੈਪਟਰ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਨੂੰ ਨਾ ਕੁਝ ਬੇਸਿਕ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ। ਜਿਵੇਂ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਮੈਟਰ ਦੀ, ਮੈਟਰ ਕੀ ਹੁੰਦਾ? ਮੈਟਰ ਕੀ ਹੁੰਦਾ? ਮੈਟਰ ਦਾ ਮਤਲਬ ਹੈ ਕੋਈ ਵੀ ਚੀਜ਼ ਜੋ ਆਪਣੇ ਅਰਾਊਂਡ ਹੈ, ਐਵਰੀਥਿੰਗ ਅਰਾਊਂਡ ਅਸ, ਕੋਈ ਵੀ ਚੀਜ਼ ਜੋ ਆਪਣੇ ਆਲੇ ਦੁਆਲੇ ਹੈ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ? ਮੈਟਰ ਕਹਿ ਦਿੰਦੇ ਹਾਂ। ਹੁਣ ਉਹ ਕੋਈ ਵੀ ਚੀਜ਼ ਹੋ ਸਕਦੀ ਹੈ, ਠੀਕ ਹੈ। ਜਿਵੇਂ ਮੰਨ ਲਓ ਕੋਈ ਬਾਕਸ ਹੈ, ਇਹਦੇ ਵਿੱਚ ਆਪਾਂ ਨੇ ਕੋਈ ਸਮਾਨ ਰੱਖ ਲਿਆ, ਤਾਂ ਇਹ ਵੀ ਕਿਸ ਦੇ ਵਿੱਚ ਆ ਜਾਊਗਾ? ਮੈਟਰ ਦੇ ਵਿੱਚ ਆ ਜਾਊਗਾ। ਕਲੀਅਰ? ਤਾਂ ਇਹਦਾ ਮਤਲਬ ਕੋਈ ਵੀ ਚੀਜ਼ ਜੋ ਆਪਣੇ ਆਲੇ ਦੁਆਲੇ ਅਰਾਊਂਡ ਪ੍ਰੈਜ਼ੈਂਟ ਹੈ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ? ਮੈਟਰ ਕਹਿ ਦਿੰਦੇ ਹਾਂ। ਕਲੀਅਰ? ਦੇਖੋ ਮੇਨ ਇਹਦੇ ਵਿੱਚ ਕੀ ਹੈ, ਉਹ ਚੀਜ਼ ਜਿਸ ਦਾ ਕੋਈ ਨਾ ਕੋਈ ਵੋਲਿਊਮ ਹੋਵੇ, ਮੀਨਸ ਉਹ ਕੋਈ ਨਾ ਕੋਈ ਕੀ ਹੈ, ਜਗ੍ਹਾ ਨੂੰ ਕਵਰ ਕਰੇ, ਏਰੀਆ ਨੂੰ ਕਵਰ ਕਰੇ, ਉਸਨੂੰ ਆਪਾਂ ਕੀ ਬੋਲ ਦਿੰਦੇ ਹਾਂ? ਮੈਟਰ ਬੋਲ ਦਿੰਦੇ ਹਾਂ। ਕਲੀਅਰ? ਦੇਖੋ ਹੁਣ ਕੋਈ ਵੀ ਚੀਜ਼ ਆਪਣੇ ਅਰਾਊਂਡ ਟੇਬਲ ਪਿਆ ਹੈ, ਬੈੱਡ ਪਿਆ ਹੈ, ਚੇਅਰ ਹੈ, ਸਾਰਾ ਕੁਝ ਕਿਸ ਦੇ ਅੰਡਰ ਆ ਜਾਊਗਾ? ਮੈਟਰ ਦੇ ਅੰਡਰ ਆ ਜਾਏਗਾ। ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਮੈਟਰ ਕਹਿ ਦਿੰਦੇ ਹਾਂ। ਕਲੀਅਰ? ਕੋਈ ਡਾਰਕ ਕਲਰ ਲੈ ਲੈਂਦੇ ਹਾਂ। ਠੀਕ ਹੈ। ਹੁਣ ਦੇਖੋ, ਇਸ ਤੋਂ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਮੈਟਰ ਕੀ ਹੈ, ਕੋਈ ਵੀ ਚੀਜ਼ ਜੋ ਆਪਣੇ ਅਰਾਊਂਡ ਪ੍ਰੈਜ਼ੈਂਟ ਹੈ। ਹੁਣ ਇਹਦੇ ਵਿੱਚ ਦੇਖਿਓ, ਮਤਲਬ ਉਹਦਾ ਮਾਸ ਵੀ ਹੋਊਗਾ, ਉਹਦਾ ਹਰ ਜੋ ਚੀਜ਼ ਆਪਣੇ ਕੋਲ ਪ੍ਰੈਜ਼ੈਂਟ ਹੈ ਉਹਦਾ ਜੇ ਵੋਲਿਊਮ ਕਵਰ ਕਰ ਰਹੀ ਹੈ, ਇਸਦਾ ਮਤਲਬ ਉਹਦਾ ਕੋਈ ਨਾ ਕੋਈ ਮਾਸ ਵੀ ਹੋਊਗਾ। ਮਾਸ ਮੈਟਰ ਕਰਦਾ, ਮੀਨਸ ਸਪੇਸ ਕਵਰ ਕਰ ਰਿਹਾ, ਤਾਂ ਵੋਲਿਊਮ ਵੀ ਹੈ, ਜਗ੍ਹਾ ਕਵਰ ਕਰ ਰਿਹਾ। ਸਮਝ ਆਇਆ? ਹੁਣ ਇਹ ਕੋਈ ਵੀ ਚੀਜ਼ ਹੋ ਸਕਦੀ ਹੈ, ਸੋਲਿਡ ਹੋ ਸਕਦੀ ਹੈ ਤੁਹਾਡੀ, ਲਿਕੁਇਡ ਹੋ ਸਕਦੀ ਹੈ ਐਂਡ ਗੈਸੀਅਸ। ਤਿੰਨਾਂ ਫਾਰਮਸ ਦੇ ਵਿੱਚ ਹੋ ਸਕਦਾ ਜੋ ਆਪਣੇ ਕੋਲ ਮੈਟਰ ਹੈ, ਸੋਲਿਡ, ਲਿਕੁਇਡ ਐਂਡ ਗੈਸੀਅਸ। ਦੇਖੋ ਹੁਣ ਅਗਰ ਨਾਰਮਲ ਵੇ ਦੇ ਵਿੱਚ ਦੇਖਿਆ ਜਾਵੇ, ਆਪਾਂ ਨੂੰ ਪਤਾ ਸੋਲਿਡ ਕੀ ਹੁੰਦਾ, ਲਿਕੁਇਡ ਕੀ ਹੁੰਦਾ ਐਂਡ ਗੈਸੀਅਸ ਕੀ ਹੁੰਦਾ। ਸੋਲਿਡ, ਲਿਕੁਇਡ ਐਂਡ ਗੈਸੀਅਸ। ਸੋਲਿਡ ਦੇ ਵਿੱਚ ਜੋ ਪਾਰਟੀਕਲਸ ਹੈ ਉਹ ਟਾਈਟਲੀ ਪੈਕਡ ਹੁੰਦੇ ਆ। ਪਾਰਟੀਕਲਸ ਕੀ ਹੈ? ਟਾਈਟਲੀ ਪੈਕਡ ਹੁੰਦੇ, ਮੀਨਸ ਮਿਨੀਮਮ ਸਪੇਸ ਇਹਨਾਂ ਦੇ ਵਿੱਚ ਕੀ ਹੈ? ਪ੍ਰੈਜ਼ੈਂਟ ਹੁੰਦੀ ਹੈ, ਮੀਨਸ ਨਾ ਦੇ ਬਰਾਬਰ ਆਪਾਂ ਕਹਿ ਹੀ ਨਹੀਂ ਸਕਦੇ। ਠੀਕ ਹੈ, ਇਸ ਲਈ ਜੋ ਇਹਨਾਂ ਦੇ ਪਾਰਟੀਕਲਸ ਹੈ ਮੂਵ ਨਹੀਂ ਕਰ ਪਾਉਂਦੇ। ਠੀਕ ਹੈ, ਹੁਣ ਐਟਮ ਨੂੰ ਆਪਾਂ ਈਜ਼ਲੀ ਮੂਵਮੈਂਟ ਨਹੀਂ ਸ਼ੋ ਕਰਵਾ ਸਕਦੇ। ਅਗਰ ਕੋਈ ਆਪਣੇ ਕੋਲ ਸਟਰੋਂਗ ਚੀਜ਼ ਪਈ ਹੈ, ਜਿਵੇਂ ਟੇਬਲ ਪੇ, ਤਾਂ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ? ਸੋਲਿਡ ਹੈ। ਕਲੀਅਰ? ਬਟ ਜੋ ਲਿਕੁਇਡ ਹੈ ਉਸਦੇ ਜੋ ਪਾਰਟੀਕਲ ਹੁੰਦੇ ਆ ਉਹ ਲੂਜ਼ਲੀ ਪੈਕਡ ਹੁੰਦੇ ਆ। ਲੂਜ਼ਲੀ ਪੈਕਡ ਹੁੰਦੇ ਆ ਮੀਨਸ ਮੋਸ਼ਨ ਸ਼ੋ ਕਰ ਸਕਦੇ ਆ, ਹਿਲ ਜੁਲ ਸਕਦੇ ਆ। ਜਿਵੇਂ ਹੁਣ ਅਗਰ ਮੈਂ ਗੱਲ ਕਰਾਂ, ਇੱਕ ਕੰਟੇਨਰ ਦੇ ਵਿੱਚ ਆਪਣੇ ਕੋਲ ਕੀ ਪ੍ਰੈਜ਼ੈਂਟ ਹੈ? ਵਾਟਰ ਪ੍ਰੈਜ਼ੈਂਟ ਹੈ, ਪਾਣੀ ਪ੍ਰੈਜ਼ੈਂਟ ਹੈ। ਤਾਂ ਇਹ ਪਾਣੀ ਕੀ ਹੈ? ਮੋਸ਼ਨ 'ਚ ਹੁੰਦਾ, ਵਾਟਰ ਮੋਸ਼ਨ ਦੇ ਵਿੱਚ ਹੁੰਦਾ, ਤੇ ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਲਿਕੁਇਡ ਬੋਲ ਦਿੰਦੇ ਹਾਂ। ਕਲੀਅਰ? ਸਿਮਿਲਰਲੀ ਗੈਸੀਅਸ ਦੇ ਵਿੱਚੋਂ ਪਾਰਟੀਕਲਸ ਹੁੰਦੇ ਆ ਉਹ ਮੋਸਟਲੀ ਲਿਕੁਇਡ ਲੂਜ਼ਲੀ ਹੁੰਦੇ ਆ, ਮਤਲਬ ਬਹੁਤ ਜ਼ਿਆਦਾ ਮੋਸਟ ਸਪੇਸਡ ਹੁੰਦੀ ਹੈ। ਸਭ ਤੋਂ ਜ਼ਿਆਦਾ ਸਪੇਸ ਕਿੰਨਾ ਵਿਚਕਾਰ ਪ੍ਰੈਜ਼ੈਂਟ ਹੁੰਦੀ ਹੈ? ਗੈਸੀਅਸ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ। ਜਿਵੇਂ ਹੁਣ ਅਗਰ ਮੈਂ ਗੱਲ ਕਰਾਂ, ਆਪਣੇ ਕੋਈ ਵੀ ਅਗਰ ਆਪਾਂ ਅਗਰਬੱਤੀ ਲੈ ਲਈਏ, ਪਰਫਿਊਮ ਲੈ ਲਈਏ, ਉਸਨੂੰ ਇੱਕ ਕੋਰਨਰ ਦੇ ਵਿੱਚ ਅਗਰ ਮੈਂ ਸਪਰੇ ਕਰ ਦਿੰਦੀ ਹਾਂ ਤਾਂ ਉਹਦੇ ਪਾਰਟੀਕਲ ਕੀ ਹੈ? ਜਲਦੀ ਜਲਦੀ ਕੀ ਕਰ ਜਾਂਦੇ ਆ? ਫੈਲ ਜਾਂਦੇ ਆ। ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਕੀ ਹੈ? ਸਭ ਤੋਂ ਜ਼ਿਆਦਾ ਕੀ ਪ੍ਰੈਜ਼ੈਂਟ ਹੁੰਦੀ ਹੈ? ਸਪੇਸ ਪ੍ਰੈਜ਼ੈਂਟ ਹੁੰਦੀ ਹੈ। ਕਲੀਅਰ ਹੋਇਆ? ਉਮੀਦ ਹੈ ਤੁਹਾਨੂੰ ਇਹ ਚੀਜ਼ਾਂ ਕੀ ਹੈ? ਸਮਝ ਆਈਆਂ ਹੋਣੀਆਂ। ਕਲੀਅਰ? ਇਹ ਤੁਹਾਨੂੰ ਮੈਂ ਬੇਸਿਕ ਜੀ ਚੀਜ਼ ਦੱਸੀ ਹੈ ਕਿ ਆਪਣੇ ਕੋਲ ਸਟੇਟ ਆਫ ਮੈਟਰ ਹੁੰਦਾ ਕੀ ਹੈ, ਵੈਸੇ ਤੁਹਾਨੂੰ ਪਤਾ ਹੋਊਗਾ। ਠੀਕ ਹੈ ਜੀ। ਹੁਣ ਅੱਗੇ ਆਪਾਂ ਗੱਲ ਕਰਾਂਗੇ ਐਟਮ ਦੀ, ਕਿ ਆਪਣੇ ਕੋਲ ਐਟਮ ਕੀ ਹੁੰਦੇ।
ਨੈਕਸਟ ਆਪਾਂ ਗੱਲ ਕਰਾਂਗੇ ਜੋ ਆਪਣਾ ਚੈਪਟਰ ਹੈ ਕਿ ਐਟਮ ਕੀ ਹੁੰਦੇ ਆ। ਐਟਮ ਤੋਂ ਸ਼ੁਰੂ ਕਰਦੇ ਹਾਂ। ਐਟਮਸ ਦੇਖੋ ਜੋ ਐਟਮਸ ਹੁੰਦੇ ਆ ਨਾ ਇਹ ਸਮੋਲੈਸਟ ਪਾਰਟੀਕਲਸ ਹੁੰਦੇ ਆ। ਐਟਮ ਕੀ ਹੁੰਦੇ ਆਪਣੇ ਕੋਲ ਬਿਲਕੁਲ ਛੋਟੇ ਪਾਰਟੀਕਲਸ ਹੁੰਦੇ ਆ smallest particles। smallest particle ਜਿਨ੍ਹਾਂ ਨੂੰ ਆਪਾਂ ਨੇਕਡ ਆਈ ਨਾਲ ਮਤਲਬ ਨੋਰਮਲੀ ਵੀ ਨਹੀਂ ਦੇਖ ਸਕਦੇ, ਮਤਲਬ ਡਾਇਰੈਕਟ ਵੇ ਦੇ ਵਿੱਚ ਨਹੀਂ ਦੇਖ ਸਕਦੇ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ ਐਟਮਸ ਕਹਿ ਦਿੰਦੇ ਆ। ਠੀਕ ਹੈ, ਤਾਂ ਅਗਰ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਕੀ ਹੋਊਗਾ ਐਟਮ, ਜਿਵੇਂ ਨਾ ਇੱਕ ਆਪਣੀ ਵੋਲ ਹੈ, ਮੰਨ ਲਓ ਇਹ ਆਪਣੀ ਵੋਲ ਹੈ। ਵੋਲ ਦੀ ਆ ਜੋ ਫਸਟ ਬ੍ਰਿਕ ਹੈ ਜਿਸ ਤੋਂ ਇੱਕ ਵੋਲ ਬਣਨੀ ਕੀ ਹੈ ਸ਼ੁਰੂ ਹੋਈ ਹੈ। ਠੀਕ ਹੈ, ਤਾਂ ਇਹ ਇੱਕ ਜੋ ਸਮੋਲ ਬ੍ਰਿਕ ਹੈ ਇਸ ਦਾ ਵੀ ਜੋ ਇੱਕ ਛੋਟਾ ਜਿਹਾ ਸੈਂਡ ਪਾਰਟੀਕਲ ਹੈ, ਕਲੀਅਰ, ਛੋਟਾ ਜਿਹਾ ਪਾਰਟੀਕਲ ਇੰਨਾ, ਇਸ ਨੂੰ ਆਪਾਂ ਕੀ ਕਹਿ ਦਿੰਦੇ ਆ ਐਟਮ ਕਹਿ ਦਿੰਦੇ ਆ। ਕਲੀਅਰ, ਮੀਨਸ ਆ ਛੋਟੀ ਜੀ ਡॉट ਇਹ ਕੀ ਹੋਗੀ ਐਟਮ ਹੋ, ਮੀਨਸ ਇੱਕ ਛੋਟਾ ਜਿਹਾ ਪਾਰਟੀਕਲ, ਵੈਰੀ ਟਿਨੀ ਪਾਰਟੀਕਲ। ਕਲੀਅਰ, ਹੁਣ ਦੇਖੋ ਅਗਰ ਮੈਂ ਗੱਲ ਕਰਾਂ ਇਸ ਦਾ ਰੇਡੀਅਸ ਦੀ ਗੱਲ ਕਰੀਏ ਤਾਂ ਐਟਮ ਦਾ ਜੋ ਰੇਡੀਅਸ ਹੈ ਇਸ ਨੂੰ ਨੈਨੋਮੀਟਰ ਦੇ ਵਿੱਚ nm ਲਿਖਿਆ ਜਾਂਦਾ ਸਮੋਲ, ਨੈਨੋਮੀਟਰ ਦੇ ਵਿੱਚ ਕੀ ਕੀਤਾ ਜਾਂਦਾ ਮੇਜ਼ਰ ਕੀਤਾ ਜਾਂਦਾ ਮਾਪਿਆ ਜਾਂਦਾ। ਕਲੀਅਰ, ਤਾਂ ਇਸ ਦਾ ਕਿੰਨਾ ਹੁੰਦਾ ਅਗਰ ਆਪਾਂ ਲਿਖਣਾ ਹੋਵੇ 10⁻⁹ ਨੈਨੋਮੀਟਰ ਕਿਸ ਦੇ ਇਕੁਅਲ ਹੁੰਦਾ 1 ਮੀਟਰ ਦੇ ਇਕੁਅਲ ਹੁੰਦਾ। ਮੀਨਸ ਇਹ ਇੱਕ ਐਟਮ ਦੀ ਕੀ ਹੈ ਵੈਲਿਊ ਹੈ ਜਾਂ ਐਟੋਮਿਕ ਰੇਡੀਆਈ ਹੈ ਨੈਨੋਮੀਟਰ ਦੇ ਵਿੱਚ ਕਿੰਨਾ ਹੁੰਦਾ 10⁻⁹ ਨੈਨੋਮੀਟਰ ਜੋ ਕਿਸ ਦੇ ਇਕੁਅਲ ਹੈ 1 ਮੀਟਰ। ਮਤਲਬ ਅਗਰ ਆਪਾਂ ਨੂੰ ਮੀਟਰ ਦੇ ਵਿੱਚ 1 ਮੀਟਰ ਦੇ ਆਪਾਂ ਇਕੁਅਲ ਲੈ ਕੇ ਚੱਲੀਏ ਤਾਂ ਆਪਣੇ ਕੋਲ ਐਟਮ ਦਾ ਰੇਡੀਆਈ ਕਿੰਨਾ ਹੁੰਦਾ 10⁻⁹ ਨੈਨੋਮੀਟਰ। ਦਿਸ ਇਜ਼ ਨੈਨੋਮੀਟਰ nm। ਕਲੀਅਰ, ਸਮਝ ਆਇਆ ਐਟਮ ਬਾਰੇ। ਦੇਖੋ ਹੁਣ ਹਰ ਇੱਕ ਦਾ ਜੋ ਰੇਡੀਆਈ ਹੈ ਉਹ ਅਲੱਗ-ਅਲੱਗ ਹੁੰਦਾ, ਆਪਾਂ ਹਰੇਕ ਚੀਜ਼ ਦਾ ਨਾ ਰੇਡੀਆਈ ਸੇਮ ਨਹੀਂ ਲੈ ਕੇ ਚੱਲ ਸਕਦੇ, ਤਾਂ ਰੇਡੀਅਸ ਕੀ ਹੈ ਹਰ ਇੱਕ ਚੀਜ਼ ਦਾ ਡਿਫਰੈਂਟ ਹੁੰਦਾ। ਬਸ ਤੁਸੀਂ ਇੰਨਾ ਧਿਆਨ ਰੱਖਣਾ ਕਿ ਅਗਰ ਤੁਹਾਨੂੰ ਕੁਐਸਚਨ ਆਉਂਦਾ ਆਪਾਂ ਮਾਪਦੇ ਕਿਸ ਦੇ ਵਿੱਚ ਹੈ ਇਸਦਾ ਜੋ ਰੇਡੀਆਈ ਹੈ ਉਹ ਨੈਨੋਮੀਟਰ ਇਸ ਦੀ ਜੋ ਯੂਨਿਟ ਹੈ। ਤਾਂ ਇੱਕ ਇਹ ਵੀ ਚੀਜ਼ ਧਿਆਨ ਰੱਖਿਓ ਕਿ ਇਸ ਨੂੰ ਆਪਾਂ ਸਮੋਲ ਲੈਟਰਸ ਦੇ ਨਾਲ ਲਿਖਦੇ ਹਾਂ, ਮੀਨਸ ਸਮੋਲ ਹੈ ਅਲਫਾਬੈਟਸ nm ਸਮੋਲ ਲਿਖਿਆ ਜਾਏਗਾ। ਕਲੀਅਰ, ਠੀਕ ਹੈ। ਦੇਖੋ ਹੁਣ ਅਗਰ ਮੈਂ ਤੁਹਾਨੂੰ ਪੁੱਛਾਂ 1 ਨੈਨੋਮੀਟਰ ਕਿਸ ਦੇ ਇਕੁਅਲ ਹੈ ਨੂੰ ਅਗਰ ਆਪਾਂ ਮੀਟਰਸ ਚ ਦੱਸਣਾ ਤਾਂ ਕਿੰਨਾ ਬਣ ਜਾਊਗਾ 10⁻⁻⁹ ਮੀਟਰ ਬਣ ਜਾਏਗਾ। ਸਮਝ ਆਇਆ ਮੈਨੇ, ਅਗਰ ਆਪਾਂ ਨੇ ਕੀ ਕੀਤਾ ਸਾਈਡਸ ਕੀ ਕਰਤੀਆਂ ਚੇਂਜ ਕਰਤੀਆਂ। ਕਲੀਅਰ, ਤਾਂ ਦੇਖੋ ਥੋੜਾ ਡਾਰਕ ਕਲਰ, ਉਮੀਦ ਹੈ ਸਮਝ ਆ ਰਿਹਾ। ਠੀਕ ਹੈ ਜੀ, ਇਸ ਤੋਂ ਬਾਅਦ ਅਗਰ ਆਪਾਂ ਦੇਖੀਏ ਇਹਨਾਂ ਨੂੰ ਕੈਮੀਕਲ ਰਿਐਕਸ਼ਨ ਦੇ ਵਿੱਚ ਇਹ ਪਾਰਟਿਸਿਪੇਟਸ ਕਰਦੇ ਐਟਮ, ਬਟ ਇਹ ਇੰਡੀਪੈਂਡੈਂਟਲੀ ਐਗਜ਼ਿਸਟ ਨਹੀਂ ਕਰਦੇ, ਮੀਨ ਸਿੰਗਲ ਐਗਜ਼ਿਸਟ ਨਹੀਂ ਕਰਦੇ, ਇਹ ਮੋਲੀਕਿਊਲ ਜਾਂ ਕੰਪਾਊਂਡ ਦੀ ਫਾਰਮ ਦੇ ਵਿੱਚ ਕੀ ਕਰਦੇ ਆਪਣੇ ਕੋਲ ਐਗਜ਼ਿਸਟ ਕਰਦੇ ਆ। ਕਲੀਅਰ ਹੈ ਜੀ, ਸਮਝ ਆਇਆ। ਨੈਕਸਟ ਅਗਰ ਆਪਾਂ ਗੱਲ ਕਰੀਏ ਹੁਣ ਦੇਖੋ ਸਿੰਬਲਸ ਆਫ ਐਟਮਸ ਦੀ ਗੱਲ ਕਰਾਂਗੇ। ਸਿੰਬਲਸ ਆਫ ਐਟਮਸ, ਸਿੰਬਲਸ ਆਫ ਐਟਮ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਸਟਾਰਟਿੰਗ ਦੇ ਵਿੱਚ ਇਹਨਾਂ ਸਿੰਬਲਸ ਨੂੰ ਕੀ ਕੀਤਾ ਗਿਆ ਸੀ ਯੂਜ਼ ਕੀਤਾ ਸੀ, ਕਾਫੀ ਸਾਰੇ ਐਲੀਮੈਂਟਸ ਦੇ ਸਿੰਬਲਸ ਦੱਸੇ ਗਏ ਸੀ। ਦੇਖੋ ਸਿੰਬਲ ਜਾਂ ਤਾਂ ਅਗਰ ਆਪਾਂ ਗੱਲ ਕਰੀਏ ਲੈਟਰਸ ਦੇ ਅਕੋਰਡਿੰਗ ਸੀ 1 ਲੈਟਰ ਹੋ ਸਕਦਾ ਹੈ 2 ਲੈਟਰਸ ਹੋ ਸਕਦੇ ਆ, ਇਹਨਾਂ ਦੇ ਅਕੋਰਡਿੰਗ ਸਿੰਬਲ ਦਿੱਤੇ ਗਏ ਸੀ। ਤਾਂ ਇੱਕ ਕੀ ਕਿਹਾ ਸੀ ਜਦੋਂ 2 ਲੈਟਰਸ ਵਾਲਾ ਹੋਊਗਾ ਫਸਟ ਜੋ ਲੈਟਰ ਹੋਏਗਾ ਉਸਦਾ ਉਹ ਕੈਪੀਟਲ ਹੋਏਗਾ ਐਂਡ ਜੋ ਸੈਕਿੰਡ ਲੈਟਰ ਹੋਏਗਾ ਉਹ ਸਮॉल ਹੋਏਗਾ। ਜਿਵੇਂ ਹੁਣ ਅਗਰ ਆਪਾਂ ਗੱਲ ਕਰੀਏ ਕਾਫੀ ਸਾਰੇ ਸੀ, ਜਿਵੇਂ ਐਲੂਮੀਨੀਅਮ ਦੀ ਮੈਂ ਗੱਲ ਕਰਾਂ ਤਾਂ ਕੈਪੀਟਲ A ਸਮॉल l, ਇਸ ਤਰ੍ਹਾਂ ਕਾਪਰ ਦੀ ਗੱਲ ਕਰਾਂ ਕੈਪੀਟਲ C U ਸਮॉल, ਇਸ ਤਰ੍ਹਾਂ ਨਾਲ ਦਿੱਤਾ ਗਿਆ। ਅਗਰ ਸਿੰਗਲ ਹੈ ਫਿਰ ਤਾਂ ਜਿਵੇਂ ਹਾਈਡਰੋਜਨ H, ਹੀਲੀਅਮ ਲਿਖਣਾ H ਕੈਪੀਟਲ E ਸਮॉल ਹੀਲੀਅਮ ਬਣ ਜਾਏਗਾ। ਇਸ ਤਰ੍ਹਾਂ ਨਾਲ ਦਿੱਤੇ ਗਏ, ਜਿਵੇਂ ਜ਼ਿੰਕ Z ਕੈਪੀਟਲ N ਸਮॉल, ਕਲੋਰੀਨ C ਕੈਪੀਟਲ L ਸਮॉल, ਤਾਂ ਇਹ ਕਿਸੇ ਕੁਝ ਸਿੰਬਲ ਦਿੱਤੇ ਗਏ ਸੀਗੇ। ਠੀਕ ਹੈ ਜੀ, ਜਿਵੇਂ ਹੁਣ ਕੁਝ ਤਾਂ ਕਿਸੇ ਦੇ ਨੇਮਸ ਤੋਂ ਲਿੱਤੇ ਗਏ ਸੀ ਜਾਂ ਲੈਂਗੁਏਜ ਦੇ ਬੇਸਿਸ ਤੇ ਸੀ ਅਲੱਗ-ਅਲੱਗ। ਜਿਵੇਂ ਹੁਣ ਸੋਡੀਅਮ ਦਾ ਕੀ ਹੈ Na ਕੈਪੀਟਲ N ਸਮॉल a, ਜੋ ਇਹ ਨੇਮ ਹੈ ਨਾ ਇਸ ਐਲੀਮੈਂਟ ਦਾ ਮੀਨਸ ਸੋਡੀਅਮ ਦਾ ਨੇਮ ਹੈ ਇਹ ਲੈਟਿਨ ਜਾਂ ਗ੍ਰੀਕ ਲੈਂਗੁਏਜ ਦੇ ਵਿੱਚ ਸੀਗਾ ਤਾਂ ਇਸ ਲਈ Na। ਜਿਵੇਂ ਹੁਣ ਆਇਰਨ ਨੂੰ ਕੀ ਲਿਖਦੇ Fe ਲਿਖਿਆ ਤੇ ਆਇਰਨ ਇਸ ਤਰ੍ਹਾਂ ਨਾਲ ਜਾਂਦਾ, ਬਟ ਜੋ ਦਾ ਸਿੰਬਲ ਹੈ ਉਹ ਕੀ ਹੈ Fe। ਤਾਂ ਇਸ ਦਾ ਮਤਲਬ ਇਹ ਕਿਸ ਚੀਜ਼ ਦਾ ਫਰਕ ਸੀ ਲੈਂਗੁਏजेस ਦਾ ਫਰਕ ਸੀਗਾ। ਤਾਂ ਕਾਫੀ ਸਾਰੀ ਅਲੱਗ-ਅਲੱਗ
लैंग्वेजेस लईआं गईआं। हुण अगर तुसीं आपां गल करिए एलूमीनीयम नूं ए कैपिटल लैने एल भी कैपिटल लिखदे आ तां इह गलत हो जाऊगा, तुसीं एवें शो नहीं कर सकदे। क्लीयर। कोबाल्ट सी कैपिटल ओ भी कैपिटल लिख दो तो यह गलत हो जाऊगा। क्लीयर। तो यह चीज़ां छोटियां छोटियां तुसीं की करोगे ध्यान दे विच रखोगे, गलत नहीं करके आओगे। जिवें हुण इन्हां दे लैटिन नाम वैसे तुहानूं इंपोर्टेंट नहीं हैगे तां बट अगर तुहानूं एक अद्धा जिवें मैं दस दिंदी हां, हुण आयरन दा एफ ही तुहानूं मैं दस्सिआ कित्थों आया, ये एक लैटिन नेम सी फेरम, उस तो लिया गया सी FERRUM। तो ये चीज़ां पता होनियां चाहिदियां ने। वैसे मैं तुहानूं मोस्टली सारा करवा दूंगी। ठीक है जी। नैक्सट आपां गल करांगे एटॉमिक मास। एटॉमिक मास की गल करांगे, एटम की गल कर रहे हैं तो सारा पहला एटम कंप्लीट करांगे, दैन आपां मॉलिक्यूल्स ते आवांगे। एटॉमिक मास वैसे तो तुसीं नेम तो ही समझ गए होंगे एटॉमिक मास का की मतलब है, किसी भी एटम का मास। ठीक है। एटम का मास एक स्टैंडर्ड यूनिट है, इनू मेयर करन दे लई एटम का मास नू मेयर करन दे लई एक स्टैंडर्ड यूनिट है, इसनू मेयर किया जाता है AMU। जिवें नैनोमीटर सी ना उस तरह AMU है। इसकी फुल फॉर्म की है, एटॉमिक मास यूनिट। की है इसकी फुल फॉर्म? एटॉमिक मास यूनिट। ठीक है जी। एटॉमिक मास यूनिट ए इसकी की है फुल फॉर्म है। क्लीयर। हुण इसकी भी एक वैल्यू होंदी है, जिवें मैं नैनोमीटर का आपां ने गल कीती सी एटम दी रेडियाई दी, सिमिलरली जो 1 AMU है एटॉमिक मास यूनिट है, इसनू अगर मैं देखा जाए केजी दे विच तां इहदी वैल्यू कितनी होंदी है 1.67 इंटू 10⁻⁻27 किलोग्राम। ये तुहानूं ध्यान च रखना है। अगर तुहानूं वैसे तो इदां दे आंदे नहीं, सिंपल छोटे छोटे क्वेश्चन आएंगे जो तुहाडे ETT का एग्जाम है, बट स्टिल तुहानूं पता होनी चाहिए है कि एक एटॉमिक मास यूनिट की वैल्यू अपने कोल कितनी होंदी है 1.67 इंटू 10⁻⁻27 kg। क्लीयर। समझ आया। हुण इस दे विच जो आप एटॉमिक मास मेयर करते हैं, ये सब रेफरेंस किहदे दिते हुए ने, मतलब किस तो लए गए ने, किस दे बेसिस ते लए गए ने, कार्बन दे आइसोटोप तो। किस दे आइसोटोप तो? कार्बन दे आइसोटोप। क्लीयर। उस तो लए गए ने। ठीक है जी। हुण आइसोटोप की हुंदा है? कार्बन आइसोटोप C12 भी लिख सकते हो। आइसोटोप वो हुंदा जिन्हां दा एटॉमिक नंबर तां सेम होवे, एटॉमिक नंबर सेम होवे बट मास की होवे अलग अलग होवे, बट मास की होवे डिफरेंट होवे, उसनों की कहा जाता है? आइसोटोप की कहा जाता है। अगे आपां डिटेल दे विच गल करांगे। तो देखो बहुत सारी एग्जाम्पल ने, वैसे मैं तुहानूं दस ही दिंदी हां। चलो जिवें हाइड्रोजन है, हाइड्रोजन दे 3 आइसोटोप है। देखो एटॉमिक नंबर तो सेम ही रहिंदा 111 बट मास अलग अलग है 1 2 3। ठीक है। ये तीन की ने हाइड्रोजन के आइसोटोप ने, की कहा जाता है? प्रोटियम, ड्यूटीरियम एंड ट्रीटियम कहा जाता है। सिमिलरली जो कार्बन 12 आइसोटोप है, इसकी रेफरेंस तो आपां एटॉमिक दे मास की करदे हां, फाइंड आउट करदे हां। इन्हां नूं की कीता जांदा है? फाइंड आउट किहदे नाल कीता जांदा है? एटॉमिक मासिस नूं किस दी रेफरेंस ते फाइंड आउट कीता जांदा है? कार्बन 12 दी रेफरेंस ते फाइंड आउट कीता जांदा है। क्लीयर। उम्मीद है तुहानूं ये चीज़ कंसैप्ट की है क्लीयर हो चुकी है। ठीक है। क्लीयर। ठीक है। नैक्सट चलते हैं आपां। तो इत्थे तक उम्मीद है समझ आ चुकी है। जिवें ना यह कित्थों लिया गया सी आपां ओह समझदे हां। जिवें ना एक फ्रूट सैलर हुंदे आ, जस्ट अ सैकेंड, सॉरी जस्ट अ सैकेंड। हाँ जी। जिवें यह इमेजिन किया जाता है, जिवें हुण फ्रूट सैलर है, आपां जाणदे हां कि किसी भी चीज़ जिवें हुण 1 डजन बोलदे हां, ਜਦੋਂ ਆਪਾਂ 1 ਡਜ਼ਨ ਬੋਲਦੇ ਆ, ਇਹਦਾ ਨੋਰਮਲੀ ਮੀਨਸ ਕੀ ਹੁੰਦਾ ਕਿ 12 ਪੀਸਿਸ ਆ ਜਾਣਾ ਕਿਸੇ ਚੀਜ਼ ਦਾ, ਜਿਵੇਂ 12 ਬਨਾਨਾਸ ਮੇਨਲੀ ਆਪਾਂ ਬਨਾਨਾਸ ਤੇ ਕਰਦੇ ਆ। ਠੀਕ ਹੈ। ਤਾਂ ਅਗਰ ਆਪਾਂ ਗੱਲ ਕੀਤੀ ਜਾਵੇ ਤਾਂ ਇਹ ਫਰੂਟ ਸੈਲਰ ਦੇ ਨਾਲ ਹੀ ਕੀਤਾ ਗਿਆ ਸੀ ਸਟੈਂਡਰਡ ਵਿੱਚ। ਉਹਨਾਂ ਨੇ ਕੀ ਲਿਆ? ਇੱਕ ਵਾਟਰਮੈਲਨ ਲਿਆ, एग्जाम्पल ਇਹਦੀ ਕੀ ਹੈ, ਉਸਦੇ ਕੀ ਕੀਤੇ ਗਏ? 12 ਪੀਸਿਸ ਕੀਤੇ ਗਏ, 12 ਪੀਸਿਸ ਕੀਤੇ ਗਏ। ਤਾਂ ਉਸਨੂੰ ਕੀ ਕੀਤਾ ਗਿਆ? 12 ਇਹਦਾ ਮਤਲਬ ਕਿਸੇ 12 यूनिट, ਤਾਂ ਇਹਦਾ ਮਤਲਬ ਕਿ 12 यूनिट्स इस दा मतलब 12 मासिस हो गए एक फ्रूट दे। क्लियर। तो जो फ्रूट सैलर है वो किस तरह नाल करदा है?
FMU फ्रूट मास यूनिट, ਇਹ ਇਸ ਦੀ ਕੀ ਹੋਗੀ यूनिट होगी फ्रूट मास यूनिट। क्लियर। ਤਾਂ ਇਸ ਦਾ ਕੀ ਮਤਲਬ ਆਪਾਂ ਇਥੋਂ ਕੀ ਸਮਝਾਂਗੇ ਕਿ ਜਿਵੇਂ ਆਪਾਂ AMU ਲੈ ਕੇ ਚੱਲੇ ਆ ਸਿਮਿਲਰਲੀ FMU ਹੈ। AMU ਦਾ ਮਤਲਬ ਕਿ ਇੱਕ ਐਟਮ ਦਾ ਮਾਸ ਇੱਕ ਵੱਡੇ ਸਾਰੀ ਚੀਜ਼ ਦੇ ਵਿੱਚ ਇੱਕ ਲਾਰਜ ਚੀਜ਼ ਦੇ ਵਿੱਚ ਇੱਕ ਛੋਟੇ ਜਿਹੇ ਪਾਰਟੀਕਲ ਦਾ ਜੋ ਆਪਣੇ ਕੋਲ ਮਾਸ ਹੈ ਐਵਰੇਜ ਮਾਸ ਹੈ ਉਸ ਐਟਮ ਦਾ ਉਸ ਨੂੰ ਆਪਾਂ ਕੀ ਕਹਿ ਸਕਦੇ ਹਾਂ ਐਟੋਮਿਕ ਮਾਸ यूनिट ਕਹਿ ਸਕਦੇ ਹਾਂ। ਕਲੀਅਰ। ਇਹ ਚੀਜ਼ ਤੁਹਾਨੂੰ ਕਲੀਅਰ ਹੋਈ। ਹੁਣ ਆਪਾਂ ਗੱਲ ਕਰਾਂਗੇ ਤੁਹਾਨੂੰ ਮੈਂ ਇਹ ਚੀਜ਼ ਤਾਂ ਸਟਾਰਟਿੰਗ 'ਚ ਹੀ ਦੱਸਤੀ ਕਿ ਇਸ ਦਾ ਮਤਲਬ ਕਿ ਸਿੰਗਲ ਇਹ ਇੰਡੀਪੈਂਡੈਂਟਲੀ ਐਗਜ਼ਿਸਟ ਨਹੀਂ ਕਰਦੇ। ਮੈਂ ਤੁਹਾਨੂੰ ਲਾਸਟ ਕੁਝ ਸਲਾਈਡਸ ਦੇ ਵਿੱਚ ਦੱਸਿਆ ਸੀ ਆਈ ਥਿੰਕ ਬੈਕ ਜਾਣਾ ਪਏਗਾ। ਮੈਂ ਤੁਹਾਨੂੰ ਦੱਸਿਆ ਸੀ ਕਿ ਐਟਮ ਐਗਜ਼ਿਸਟ ਇੰਡੀਪੈਂਡੈਂਟਲੀ ਨਹੀਂ ਕਰਦੇ ਇਸ ਲਈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਉਹ ਇਕੱਠੇ ਰਹਿੰਦੇ ਆ ਜਿਵੇਂ ਇੱਕ ਵੋਲ ਹੈ ਤਾਂ ਹੀ ਆਪਾਂ ਨੂੰ ਪਤਾ ਲੱਗਦਾ ਕਿਉਂਕਿ ਉਹ ਹੁੰਦੇ ਹੀ ਬਹੁਤ ਛੋਟੇ ਹੈ ਆਪਾਂ ਉਹਨਾਂ ਨੂੰ ਦੇਖ ਵੀ ਨਹੀਂ ਪਾਉਂਦੇ। ਠੀਕ ਹੈ। ਤਾਂ ਇਸੇ ਲਈ ਇਹਨਾਂ ਦਾ ਜਦੋਂ ਮਾਸ ਫਾਈਂਡ ਆਊਟ ਕਰਦੇ ਆ ਤਾਂ ਇਹਨਾਂ ਦਾ ਮਾਸ ਕੀ ਹੈ ਅਲੱਗ-ਅਲੱਗ ਹੁੰਦਾ। ਆਪਾਂ ਨੂੰ ਕੁਝ ਐਲੀਮੈਂਟਸ ਦਾ ਮਾਸ ਕੀ ਕਰਨਾ ਪਊਗਾ ਯਾਦ ਕਰਨਾ ਪਊਗਾ। ਜਿਵੇਂ ਹੁਣ ਹਾਈਡਰੋਜਨ ਦਾ ਮਾਸ ਇਸ ਦਾ ਐਟੋਮਿਕ ਨੰਬਰ ਕਿੰਨਾ ਹੁੰਦਾ 1 ਐਂਡ ਇਸ ਦਾ ਮਾਸ ਵੀ ਕਿੰਨਾ ਹੁੰਦਾ 1। ਇੱਧਰ ਆਪਾਂ ਮਾਸ ਲਿਖਾਂਗੇ ਇੱਧਰ ਆਪਾਂ ਐਟੋਮਿਕ ਨੰਬਰ। ਕਲੀਅਰ। ਜਿਵੇਂ ਹੁਣ ਕਾਰਬਨ ਦਾ ਮਾਸ ਐਟੋਮਿਕ ਨੰਬਰ ਕਿੰਨਾ ਹੁੰਦਾ 6 ਤੁਹਾਨੂੰ ਯਾਦ ਹੋਣਾ ਚਾਹੀਦਾ ਤੇ ਮਾਸ ਕਿੰਨਾ ਹੁੰਦਾ 12। ਕਲੀਅਰ। ਕੁਝ ਲੈ ਲੈਂਦੇ ਆ ਜਿਵੇਂ ਹੁਣ ਅਗਰ ਆਪਾਂ ਗੱਲ ਕਰੀਏ ਨਾਈਟ੍ਰੋਜਨ ਦਾ ਐਟੋਮਿਕ ਨੰਬਰ 7 ਡਬਲ ਚਲੇ ਮਾਸ ਕੀ ਹੈ 40। ਸਿਮਿਲਰਲੀ ਅਗਰ ਮੈਂ ਗੱਲ ਕਰਾਂ ਆਕਸੀਜਨ ਦਾ ਐਟੋਮਿਕ ਨੰਬਰ ਕਿੰਨਾ ਹੁੰਦਾ 8 ਮਾਸ ਕਿੰਨਾ ਹੁੰਦਾ 16। ਦੇਖੋ ਡਬਲ ਆ ਰਿਹਾ ਬਟ ਕੁਝ ਐਕਸੈਪਸ਼ਨਸ ਵੀ ਹੁੰਦੀਆਂ ਨੇ ਉਹ ਤੁਹਾਨੂੰ ਯਾਦ ਕਰਨਾ ਪਊਗਾ। ਜਿਵੇਂ ਹੁਣ ਮੈਂ ਕਲੋਰੀਨ ਦੀ ਗੱਲ ਕਰਾਂ ਕਲੋਰੀਨ ਦਾ ਐਟੋਮਿਕ ਨੰਬਰ 17 ਹੁੰਦਾ ਬਟ ਜੋ ਮਾਸ ਹੁੰਦਾ ਕਿੰਨਾ ਹੁੰਦਾ 35.5। ਇਹ ਕੀ ਹੋ ਗਈ ਆਪਣੇ ਕੋਲ ਐਕਸੈਪਸ਼ਨ ਹੋ ਗਈ ਕੁਝ ਚੀਜ਼ਾਂ ਦੀ ਹੁੰਦੀ ਹੈ ਜਿਵੇਂ ਸੋਡੀਅਮ Na ਐਟੋਮਿਕ ਨੰਬਰ 11 ਹੁੰਦਾ ਬਟ ਇਸ ਦਾ ਜੋ ਮਾਸ ਹੁੰਦਾ ਉਹ 23 ਹੁੰਦਾ ਡਬਲ ਨਹੀਂ ਹੁੰਦਾ। ਇਸ ਲਈ ਤੁਹਾਨੂੰ ਇਹ ਚੀਜ਼ਾਂ ਕੀ ਕਰਨੀਆਂ ਪੈਣਗੀਆਂ ਯਾਦ ਕਰਨੀਆਂ ਪੈਣਗੀਆਂ ਪ੍ਰੋਪਰ ਵੇ ਦੇ ਵਿੱਚ ਕਿਉਂਕਿ ਕੁਐਸਚਨ ਕਿਸੇ ਵੀ ਬੇਸਿਸ ਤੇ ਬਣ ਜਾਂਦਾ। ਜਿਵੇਂ ਹੁਣ ਮੈਂ ਗੱਲ ਕਰਾਂ ਸਿੰਪਲੀ ਲੈ ਲੈਂਦੇ ਜਿਵੇਂ ਤੁਸੀਂ ਲੈ ਸਕਦੇ ਹੋ ਕੋਈ ਵੀ ਐਟਮ ਲੈ ਸਕਦੇ ਹੋ ਫਲੋਰੀਨ ਲੈ ਲਓ। ਫਲੋਰੀਨ ਕਿੰਨਾ ਹੁੰਦਾ ਆਪਣੇ ਕੋਲ 9 ਐਟੋਮਿਕ ਨੰਬਰ 9 ਤਾਂ ਇਸ ਦਾ ਮਾਸ ਤੁਸੀਂ ਹੁਣ ਮੈਨੂੰ ਕਮੈਂਟ ਬੁੱਕ ਦੇ ਵਿੱਚ ਦੱਸੋਗੇ। ਠੀਕ ਹੈ। ਕੁਐਸਚਨ ਹੈ ਤੁਹਾਡੇ ਲਈ ਮੈਂ ਤੁਹਾਨੂੰ ਕੁਐਸਚਨਸ ਬਹੁਤ ਪੁੱਛਦੀ ਹਾਂ ਬਟ ਤੁਸੀਂ ਆਨਸਰ ਨਹੀਂ ਦਿੰਦੇ ਤਾਂ ਪਲੀਜ਼ ਕੁਐਸਚਨਸ ਦੇ ਆਨਸਰ ਕਰਿਆ ਕਰੋ ਤਾਂ ਕਿ ਮੈਨੂੰ ਵੀ ਪਤਾ ਚੱਲ ਜਾਏ ਕਿ ਤੁਹਾਨੂੰ ਕਨਸੈਪਟਸ ਕਲੀਅਰ ਹੋ ਰਹੇ ਹੈ ਜਾਂ ਨਹੀਂ ਹੋ ਰਹੇ ਕਿ ਕੋਈ ਡਾਊਟ ਤਾਂ ਨਹੀਂ ਹੈਗਾ ਤੁਹਾਨੂੰ। ਠੀਕ ਹੈ ਜੀ। ਤਾਂ ਇਸ ਲਈ ਪਲੀਜ਼ ਕਮੈਂਟ ਬਾਕਸ ਦੇ ਵਿੱਚ ਕੁਐਸਚਨਸ ਦੇ ਆਨਸਰਸ ਦਿਆ ਕਰੋ। ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਮੋਲੀਕਿਊਲ। ਨੈਕਸਟ ਜੋ ਆਪਣੀ ਟਰਮ ਹੈ ਉਹ ਹੈ ਮੋਲੀਕਿਊਲ। ਦੇਖੋ ਮੋਲੀਕਿਊਲਸ ਕੀ ਹੁੰਦੇ ਆ ਮੋਲੀਕਿਊਲ ਕੀ ਹੁੰਦਾ ਮੋਲੀਕਿਊਲ ਦਾ ਮਤਲਬ ਕੀ ਹੈ ਜੋ ਸਮੋਲੈਸਟ ਪਾਰਟੀਕਲ ਹੈ ਕਿਸ ਦਾ ਕੰਪਾਊਂਡ ਦਾ smallest particle of a compound ਕਿਸੇ ਵੀ ਕੰਪਾਊਂਡ ਦਾ ਕੰਪਾਊਂਡ ਬਣਾਉਣ ਦੇ ਲਈ ਜੋ ਆਪਾਂ ਨੂੰ smallest particle ਛੋਟਾ ਜਿਹਾ ਪਾਰਟੀਕਲ ਚਾਹੀਦਾ ਉਸ ਨੂੰ ਆਪਾਂ ਕੀ ਕਹਿ ਦਿੰਦੇ ਆ ਮੋਲੀਕਿਊਲ ਕਹਿ ਦਿੰਦੇ ਆ। ਦੇਖੋ ਹੁਣ ਇਹਦੇ ਵਿੱਚ ਕੀ ਹੈ ਇੱਕ ਤਾਂ ਇਹ ਜੋ smallest particle ਹੈ ਕੰਪਾਊਂਡ ਦਾ ਐਟਮ ਨਾਲੋਂ ਕੀ ਡਿਫਰੈਂਸ ਹੈ ਇਹ smallest particle ਕਿਸ ਦਾ ਕੰਪਾਊਂਡ ਦਾ ਉਹਦੇ ਵਿੱਚ ਆਪਾਂ ਕੰਪਾਊਂਡ ਦੀ ਗੱਲ ਨਹੀਂ ਕੀਤੀ ਸੀ। ਸੈਕਿੰਡ ਵਨ ਉਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਉਹ ਇੰਡੀਪੈਂਡੈਂਟਲੀ ਐਗਜ਼ਿਸਟ ਨਹੀਂ ਕਰ ਸਕਦੇ ਬਟ ਜੋ ਮੋਲੀਕਿਊਲ ਹੈ ਇਹ ਆਪਣੇ ਕੋਲ ਇੰਡੀਪੈਂਡੈਂਟ ਐਗਜ਼ਿਸਟ ਕਰਦੇ ਨੇ ਇੰਡੀਪੈਂਡੈਂਟਲੀ ਕੀ ਕਰਦੇ ਨੇ ਐਗਜ਼ਿਸਟ ਕਰਦੇ ਨੇ ਪ੍ਰੈਜ਼ੈਂਟ ਹੁੰਦੇ ਨੇ ਇਹ ਇੰਡੀਪੈਂਡੈਂਟਲੀ। ਇਹ ਸਾਰੀਆਂ ਪ੍ਰੋਪਰਟੀਜ਼ ਸ਼ੋ ਕਰਦੇ ਨੇ ਆਲ ਪ੍ਰੋਪਰਟੀਜ਼ ਕੀ ਕਰਦੇ ਨੇ ਸ਼ੋ ਕਰਦੇ ਨੇ ਕਿਸ ਦੀਆਂ ਜੋ ਕਿਸੇ ਵੀ ਸਬਸਟੈਂਸ ਦੀਆਂ ਹੁੰਦੀਆਂ ਨੇ। ਠੀਕ ਹੈ। ਜਦੋਂ ਆਪਾਂ ਐਟਮਸ ਨੂੰ ਕੀ ਕਰਦੇ ਆ ਜੁਆਇਨ ਕਰ ਦਿੰਦੇ ਆ ਜਦੋਂ ਆਪਾਂ ਐਟਮਸ ਨੂੰ ਜੁਆਇਨ ਕਰ ਦਿੰਦੇ ਆ ਮਿਲਾ ਦਿੰਦੇ ਆ ਠੀਕ ਹੈ ਟੂਗੇਦਰ ਹੋ ਜਾਂਦੇ ਨੇ ਤਾਂ ਆਪਣੇ ਕੋਲ ਕੀ ਫਾਰਮ ਹੋ ਜਾਂਦਾ ਹੈ ਮੋਲੀਕਿਊਲ ਫਾਰਮ ਹੋ ਜਾਂਦਾ ਹੈ। ਕਲੀਅਰ ਸਮਝ ਆਈ ਇਹ ਚੀਜ਼
ਤਾਂ ਮੋਲੀਕਿਊਲ ਕੀ ਹੈ, ਇੱਕ ਸਮਾਲੈਸਟ ਪਾਰਟੀਕਲ ਹੈ ਕਿਸ ਦਾ, ਆਪਣੇ ਕੋਲ ਕੰਪਾਊਂਡ ਦਾ। ਸੈਕਿੰਡ ਵਨ ਅਗਰ ਮੈਂ ਗੱਲ ਕਰਾਂ, ਇੰਡੀਪੈਂਡੈਂਟਲੀ ਆਪਣੇ ਕੋਲ ਐਗਜ਼ਿਸਟ ਕਰਦਾ। ਇਸ ਤੋਂ ਇਲਾਵਾ ਅਗਰ ਮੈਂ ਕੀ ਗੱਲ ਕਰੀਏ ਆਪਾਂ, ਇਹ ਕਿਵੇਂ ਫਾਰਮ ਹੁੰਦਾ, ਜਿਵੇਂ ਜਿਵੇਂ ਆਪਾਂ ਐਟਮਸ ਨੂੰ ਜੋੜਦੇ ਜਾਂਦੇ ਹਾਂ। ਹੁਣ ਐਟਮਸ ਜੁੜਦੇ ਕਿਸ ਦੇ ਨਾਲ ਨੇ, ਐਟਮਸ ਦੇ ਵਿੱਚ ਕੀ ਨੇ, ਅਟਰੈਕਟਿਵ ਫੋਰਸ ਪ੍ਰੈਜ਼ੈਂਟ ਹੁੰਦੀ ਹੈ। ਅਟਰੈਕਟਿਵ ਕੀ ਪ੍ਰੈਜ਼ੈਂਟ ਹੁੰਦੀ ਹੈ, ਫੋਰਸ ਪ੍ਰੈਜ਼ੈਂਟ ਹੁੰਦੀ ਹੈ, ਜਿਸ ਦੀ ਵਜ੍ਹਾ ਨਾਲ ਕੀ ਹੈ, ਜੋ ਐਟਮ ਨੇ ਜੁੜ ਜਾਂਦੇ ਨੇ ਤੇ ਆਪਣੇ ਕੋਲ ਕੀ ਫਾਰਮ ਕਰ ਦਿੰਦੇ ਨੇ, ਮੋਲੀਕਿਊਲ ਫਾਰਮ ਕਰ ਦਿੰਦੇ ਨੇ। ਉਮੀਦ ਹੈ ਤੁਹਾਨੂੰ ਇਹ ਚੀਜ਼ ਵੀ ਕਲੀਅਰ ਹੋ ਗਈ ਹੋਗੀ। ਠੀਕ ਹੈ ਜੀ, ਇਹਨਾਂ ਦੇ ਵਿੱਚ ਬੌਂਡਿੰਗ ਹੁੰਦੀ ਹੈ, ਕੈਮੀਕਲੀ ਬੌਂਡਿੰਗ ਹੁੰਦੀ ਹੈ। ਕਿਸ ਦੀ ਵਜ੍ਹਾ ਨਾਲ ਹੁੰਦੀ ਹੈ, ਕਿਸ ਦੇ ਨਾਲ ਇਹ ਟਾਈਟਲੀ ਪੈਕਡ ਅਟਰੈਕਟ ਹੁੰਦੇ ਨੇ, ਅਟਰੈਕਟਿਵ ਫੋਰਸਿਸ ਨਾਲ। ਠੀਕ ਹੈ, ਜੋ ਖਿਚਾਵ ਵਾਲੀਆਂ ਫੋਰਸਿਸ ਪ੍ਰੈਜ਼ੈਂਟ ਹੁੰਦੀਆਂ ਨੇ। ਹੁਣ ਦੇਖੋ ਅਗਰ ਆਪਾਂ ਗੱਲ ਕਰੀਏ, ਨੈਕਸਟ ਚਲਦੇ ਹਾਂ। ਹਾਂਜੀ, ਨੈਕਸਟ ਅਗਰ ਦੇਖੋ, ਹੁਣ ਅਗਰ ਆਪਾਂ ਗੱਲ ਕੀਤੀ ਜਾਵੇ ਕਿ ਆਪਣੇ ਕੋਲ ਕਿੰਨੇ ਨੰਬਰ ਆਫ ਐਟਮਸ ਪ੍ਰੈਜ਼ੈਂਟ ਹੈ, ਜਿੰਨੇ ਨੰਬਰ ਆਫ ਐਟਮਸ ਆਪਾਂ ਯੂਜ਼ ਕਰਦੇ ਹਾਂ ਇੱਕ ਮੋਲੀਕਿਊਲ ਬਣਾਉਣ ਦੇ ਲਈ, ਇੱਕ ਮੋਲੀਕਿਊਲ ਬਣਾਉਣ ਦੇ ਲਈ ਜਿੰਨੇ ਆਪਾਂ ਨੰਬਰ ਆਫ ਐਟਮ ਯੂਜ਼ ਕਰਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ ਹੈ, ਅਟੋਮਿਸਿਟੀ। ਕੀ ਕਿਹਾ ਜਾਂਦਾ ਹੈ, ਅਟੋਮਿਸਿਟੀ ਤੇ ਕੁਐਸਚਨ ਆ ਸਕਦਾ ਹੈ, ਤਾਂ ਇਸ ਨੂੰ ਧਿਆਨ ਨਾਲ ਸਮਝਿਓ। ਠੀਕ ਹੈ ਜੀ, ਅਟੋਮਿਸਿਟੀ ਦੇ ਕੁਐਸਚਨ ਆਰਾਮ ਨਾਲ ਪੈ ਜਾਂਦੇ ਹੈ, ਤਾਂ ਕੰਪਲੀਟਲੀ ਸਮਝਣਾ ਹੈ ਕਿੰਨੇ ਨੰਬਰ ਆਫ ਐਟਮ ਪ੍ਰੈਜ਼ੈਂਟ ਹੈ। ਹੁਣ ਐਟਮ ਕੀ ਸੀਗਾ, ਸਭ ਤੋਂ ਛੋਟਾ, ਜਦੋਂ ਮੈਂ ਉਹਨਾਂ ਨੂੰ ਵਾਰੀ-ਵਾਰੀ ਜੋੜੂੰਗੀ ਤਾਂ ਆਪਣੇ ਕੋਲ ਕੀ ਤਿਆਰ ਹੋ ਜਾਂਦਾ ਹੈ, ਮੋਲੀਕਿਊਲ ਤਿਆਰ ਹੋ ਜਾਂਦਾ ਹੈ। ਕਲੀਅਰ, ਤਾਂ ਐਗਜ਼ਾਮਪਲਸ ਨਾਲ ਸਮਝਦੇ ਹਾਂ, ਥੋੜਾ ਜਿਹਾ ਤੁਹਾਨੂੰ ਕਲੀਅਰ ਹੋ ਜਾਊਗਾ। ਜਿਵੇਂ ਮੈਂ ਗੱਲ ਕਰਾਂ ਹਾਈਡਰੋਜਨ ਦੀ, ਹਾਈਡਰੋਜਨ H2, ਦੇਖੋ ਵੈਸੇ ਤਾਂ ਇਹ ਸਿੰਗਲ ਹਾਈਡਰੋਜਨ ਇੱਕ ਐਟਮ ਆਪਣੇ ਕੋਲ ਇਹ ਰਿਹਾ, ਦੋਨੋਂ ਜੁੜ ਗਏ, ਕੀ ਬਣ ਗਿਆ ਆਪਣੇ ਕੋਲ, H2 ਬਣ ਗਿਆ। H2 ਕੀ ਬਣ ਗਿਆ ਆਪਣੇ ਕੋਲ, ਮੋਲੀਕਿਊਲ ਬਣ ਗਿਆ। ਕੀ ਬਣ ਗਿਆ ਆਪਣੇ ਕੋਲ, ਇੱਕ ਮੋਲੀਕਿਊਲ ਕੀ ਹੋ ਗਿਆ, ਤਿਆਰ ਹੋ ਗਿਆ। ਹੁਣ ਇਸ ਦੀ ਅਗਰ ਮੈਂ ਗੱਲ ਕਰਾਂ, ਅਟੋਮਿਸਿਟੀ ਕਿੰਨੀ ਹੈ, ਕਿੰਨੇ ਹਾਈਡਰੋਜਨ ਲਏ ਆਪਾਂ, ਦੋ, ਤਾਂ ਦੋ ਕੀ ਹੋਗੀ ਇਸ ਦੀ ਅਟੋਮਿਸਿਟੀ, 2 ਕੀ ਹੋਗੀ ਇਸ ਦੀ ਅਟੋਮਿਸਿਟੀ, 2 ਆਪਣੇ ਕੋਲ ਕੀ ਹੋਗੀ ਅਟੋਮਿਸਿਟੀ। ਕਲੀਅਰ, ਹੁਣ ਜਿਵੇਂ ਮੈਂ ਕੁਝ ਆਪਣੇ ਕੋਲ ਹੀਲੀਅਮ ਦੀ ਗੱਲ ਕਰੀਏ, ਹੀਲੀਅਮ ਐਗਜ਼ਿਸਟ ਕਰਦਾ ਇਕੱਲਾ ਹੀ, ਕਿਉਂ, ਦੇਖੋ ਹੀਲੀਅਮ ਕੀ ਹੈ, ਆਪਣੇ ਕੋਲ ਇੱਕ ਨੋਬਲ ਗੈਸ ਹੈ, ਮੀਨਸ ਇਹਦੇ ਕੋਲ ਆਪਣੇ ਜੋ ਇਲੈਕਟ੍ਰੋਨਸ ਨੇ ਉਹ ਕੰਪਲੀਟ ਨੇ, ਅੱਗੇ ਆਣਗੇ ਇਲੈਕਟ੍ਰੋਨ, ਤਾਂ ਇਹ ਇਕੱਲਾ ਹੀ ਐਗਜ਼ਿਸਟ ਕਰਦਾ, ਇਹਨੂੰ ਬੌਂਡ ਵਗੈਰਾ ਬਣਾਉਣ ਦੀ ਜ਼ਰੂਰਤ ਨਹੀਂ ਹੁੰਦੀ। ਤਾਂ ਇਸ ਦੀ ਅਟੋਮਿਸਿਟੀ ਕਿੰਨੀ ਹੋਗੀ ਆਪਣੇ ਕੋਲ 1, ਕਿਉਂਕਿ ਇਹ ਇਕੱਲਾ ਹੀ ਹੈ, ਇਸ ਨੂੰ ਜ਼ਰੂਰਤ ਹੀ ਨਹੀਂ ਹੈਗੀ ਕਿਸੇ ਕੋਲ ਜਾਣ ਦੀ। ਠੀਕ ਹੈ, ਹੁਣ ਜਿਹੜੇ ਬੰਦੇ ਕੋਲ ਸਾਰਾ ਕੁਝ ਪਹਿਲਾਂ ਹੀ ਹੈਗਾ ਹੈ ਤਾਂ ਉਸਨੂੰ ਕੋਈ ਜ਼ਰੂਰਤ ਹੀ ਨਹੀਂ ਹੈਗੀ ਕੁਝ ਕਰਨ ਦੀ। ਠੀਕ ਹੈ, ਸਮਝ ਗਏ, ਸਮਝ ਆਇਆ ਹੀਲੀਅਮ ਦਾ। ਨੈਕਸਟ ਅਗਰ ਆਪਾਂ ਗੱਲ ਕਰੀਏ, ਜਿਵੇਂ ਹੁਣ ਕੁਝ ਹੋਰ ਐਗਜ਼ਾਮਪਲਸ ਵੀ ਲੈ ਲੈਂਦੇ ਹਾਂ, ਜਿਵੇਂ ਆਪਣੇ ਕੋਲ ਗੱਲ ਕਰਦੇ ਹਾਂ ਆਪਾਂ ਸਲਫਰ ਦੀ ਗੱਲ ਕਰਦੀ ਹਾਂ ਮੈਂ, ਸਲਫਰ ਦੀ ਗੱਲ ਕਰੀਏ, ਸਲਫਰ ਦਾ ਅਗਰ ਆਪਾਂ ਗੱਲ ਕਰੀਏ, ਇਸ ਦੀ ਅਟੋਮਿਸਿਟੀ 8 ਹੁੰਦੀ ਹੈ, ਕਿਉਂਕਿ ਜਦੋਂ ਇਹਦੇ 8 ਐਟਮਸ ਜੁੜ ਜਾਂਦੇ ਨੇ ਤਾਂ ਇੱਕ ਮੋਲੀਕਿਊਲ ਬਣ ਜਾਂਦਾ, ਮਤਲਬ ਇੱਕ ਸਟੇਬਲ ਮੋਲੀਕਿਊਲ ਬਣਦਾ ਹੈ। ਤਾਂ ਸਲਫਰ ਦੀ ਅਟੋਮਿਸਿਟੀ ਕਿੰਨੀ ਹੁੰਦੀ ਹੈ ਆਪਣੇ ਕੋਲ, 8 ਹੁੰਦੀ ਹੈ। ਕਲੀਅਰ, ਇਸੇ ਬੇਸਿਸ ਤੇ ਨਾ ਆਪਣੇ ਕੋਲ ਕੀ ਹੈ, ਮੋਲੀਕਿਊਲਸ ਦੀ ਡਿਵੀਜ਼ਨ ਕੀਤੀ ਹੋਈ ਹੈ। ਜਸਟ ਅ ਸੈਕਿੰਡ, ਮੋਲੀਕਿਊਲਸ ਦੀ ਡਿਵੀਜ਼ਨ ਕੀਤੀ ਹੋਈ ਹੈ, ਮੈਂ ਤੁਹਾਨੂੰ ਦੱਸਦੀ ਹਾਂ। ਉਮੀਦ ਹੈ ਤੁਹਾਨੂੰ ਚੈਪਟਰ ਸਮਝ ਆ ਰਿਹਾ ਪ੍ਰੋਪਰ ਵੇ ਦੇ ਵਿੱਚ। ਸਭ ਤੋਂ ਪਹਿਲਾਂ ਇੱਕ ਤਾਂ ਹੁੰਦੇ ਆ ਮੋਨੋ ਐਟੋਮਿਕ, ਸੈਕਿੰਡ ਵਨ ਹੁੰਦੇ ਆ ਆਪਣੇ ਕੋਲ ਡਾਈ ਐਟੋਮਿਕ, ਇਸ ਤੋਂ ਇਲਾਵਾ ਹੁੰਦੇ ਨੇ ਆਪਣੇ ਕੋਲ ਕੁਝ ਟੈਟਰਾ ਐਟੋਮਿਕ, ਜਾਂ ਆਪਣੇ ਕੋਲ ਕੀ ਹੁੰਦੇ ਆ ਪੋਲੀ ਐਟੋਮਿਕ। ਕਲੀਅਰ, ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗੀ ਮੋਨੋ ਐਟੋਮਿਕ। ਮੋਨੋ ਐਟੋਮਿਕ ਦਾ ਮਤਲਬ ਕੀ ਹੈ, ਉਹ ਮੋਲੀਕਿਊਲ ਜਿਸ ਦੇ ਵਿੱਚ ਸਿਰਫ ਤੇ ਸਿਰਫ ਇੱਕ ਐਟਮ ਪ੍ਰੈਜ਼ੈਂਟ ਹੋਵੇ, ਓਨਲੀ 1 ਐਟਮ ਪ੍ਰੈਜ਼ੈਂਟ ਹੋਵੇ, ਤਾਂ ਉਸ ਨੂੰ ਆਪਾਂ ਕੀ ਕਹਿ ਦਿੰਦੇ ਆ, ਮੋਨੋ ਐਟੋਮਿਕ ਕਹਿ ਦਿੰਦੇ ਆ। ਕਲੀਅਰ, ਜਿਵੇਂ ਮੈਂ ਗੱਲ ਕਰਾਂ ਹੁਣ ਸਿੰਪਲੀ ਆਪਾਂ ਗੱਲ ਕਰਦੇ ਹਾਂ ਆਰਗਨ ਦੀ ਗੱਲ ਕਰ ਲਓ। ਠੀਕ ਹੈ,
या फिर अगर मैं गल करा हीलियम की, मैंने तुहानू हुणे दस्सिया सी, ये सारे की ने अपने को मोनो एटॉमिक, क्योंकि ये की ने स्टेबल ने, इन्हों किसी की भी जरूरत है नहीं, तो इसलिए बॉन्ड ही नहीं बनाते, तो इसनों आपां की कह दिंदे आ मोनो एटॉमिक कह दिंदे आ, मतलब मोनो का मतलब की हुंदा है सिंगल। ठीक है, नैक्सट आपां गल करिए डाई एटॉमिक, डाई का मतलब की हुंदा है डबल, टू, जो की करते हैं डबल एग्जिस्ट करते हैं, जिहदे विच की होण टू एटम्स प्रेजेंट होण, ओ मॉलिक्यूल जिन्हां विच टू एटम्स प्रेजेंट होण उन्हां नूं की कहा जांदा है, डाई एटॉमिक कहा जांदा है। जिवें मैं एग्जांपल की गल करां तां अपने कोल की आ जो हाइड्रोजन H2, मैं हुणे दस्सिया सी तुहानूं, क्लीयर। इस तो अलावा नाइट्रोजन N2, क्लीयर। देखो इन्हां दे विच बॉन्डिंग अलग अलग हो सकती है, बट ये आपस दे विच स्टेबल कदों होणगे, जदों दो नाइट्रोजन आपस दे विच की करनगे, सॉरी बॉन्ड बना लैणगे, क्लीयर। इस तो अलावा मेन अपना ऑक्सीजन O2, ये सारे की है जिन्हां दी एटॉमिसिटी की है अपने कोल दो, ਉਹ ਮੋਲੀਕਿਊਲਸ जो ਆਪਾਂ ਨੂੰ एटॉमिसिटी दसदे हैं कि एक एटम प्रेजेंट है, दो एटम प्रेजेंट है, 4 प्रेजेंट है या मोर देन 4 प्रेजेंट है। ठीक है, नैक्सट अगर आप गल करिए टैट्रा एटॉमिक, टैट्रा का मतलब होंगे जिहदे विच 4 एटम्स आपस दे विच जुड़े होण, क्लीयर। इसदी मेनली ना एक एग्जांपल इंपॉर्टेंट है, वो है फास्फोरस P4। ठीक है जी, फास्फोरस दे विच अपने कोल 4 फास्फोरस की है जुड़े हुंदे ने आपस दे विच, तां इसदी जो एटॉमिसिटी हुंदी है वो अपने कोल कितनी हुंदी है, 4 हुंदी है। नैक्सट आ जांदा अपने कोल पॉली एटॉमिक, पॉली एटॉमिक दा की मतलब है ਉਹ ਮੋਲੀਕਿਊਲ ਜਿਹਦੇ ਵਿੱਚ मोर देन 4 अपने कोल एटम्स जुड़े होण, मोर देन 4 एटम्स जुड़े होण, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ, ਪੋਲੀ एटॉमिक ਕਹਿ ਦਿੰਦੇ ਆ। जिवें हुणे एग्जांपल ਲਈ ਸੀ सल्फर S8, इस दी एटॉमिसिटी कितनी अपने कोल 8 है, तो इसनूं आपां की कह दिंदे आ, पॉली एटॉमिक कह दिंदे आ। क्लीयर, उम्मीद है तुहानूं ये कंसैप्ट की हो गया, समझ आ चुके, क्लीयर हो चुके। इस दे बेसिस ते क्वेश्चंस भी बनते हैं, तो तुसीं क्वेश्चंस जरूर मतलब करके जाने हैं, सो दैट तुहानूं अगर कोई भी क्वेश्चन आवे तो तुसीं ईजली की कर पाओ, सोल्व कर पाओ। ठीक है जी, क्लीयर, उम्मीद है तुहानूं समझ आ चुके हैं। ठीक है, एक तो हुण मैं तुहानूं क्वेश्चंस पा दिंदी आ, फिर उस तो बाद आपां नैक्सट करांगे। तुसीं मैनूं कमेंट बॉक्स दे विच एटॉमिसिटी दसनी है, एटॉमिसिटी दसनी है तुसीं मैनूं कमेंट बॉक्स दे विच कि किस दी कितनी एटॉमिसिटी हुंदी है। जिवें हुण अगर आपां एग्जांपल मैं तुहानूं क्वेश्चंस दे दिंदी आ, फर्स्टली तुसीं मैनूं एटॉमिसिटी दसोगे आयरन दी दस दिओ कि आयरन दी एटॉमिसिटी कितनी हुंदी है। इस तो अलावा तुसीं मैनूं क्लोरीन दी दस दिओ, ठीक है, क्लोरीन दी दस दिओ, आयरन दी दस दिओ, ओजोन दी दस दिओ। ठीक है, इंपॉर्टेंट है, ओजोन दी आ जाती है पेपर दे विच, क्लियर। ओजोन दी दस दिओ कितनी एटॉमिसिटी हुंदी है। इस तो अलावा अगर आपां गल करिए, मोस्टली बाकी मैं करवाते तुहानूं, सोडियम दी दस दिओ। ਇਹ ਤੁਹਾਨੂੰ ਚਾਰ ਕੀ ਹੈ, ਤੁਹਾਡਾ ਹੋਮਵਰਕ ਹੈ, ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਕਿ ਕਿੰਨੀ ਐਟੋਮਿਸਿਟੀ ਇਹਨਾਂ ਦੀ ਹੁੰਦੀ ਹੈ। ਠੀਕ ਹੈ ਜੀ, ਉਮੀਦ ਹੈ ਤੁਹਾਨੂੰ ਇਹ ਚੀਜ਼ਾਂ ਕੀ ਹੈ ਸਮਝ ਆ ਚੁੱਕੀਆਂ। ਨੈਕਸਟ ਆਪਾਂ ਕਰਾਂਗੇ ਮੋਲੀਕਿਊਲਸ ਆਫ ਕੰਪਾਊਂਡ। ਨੈਕਸਟ ਜੋ ਆਪਣਾ ਟੌਪਿਕ ਹੈ ਉਹ ਹੈ ਆਪਣਾ ਮੋਲੀਕਿਊਲਸ ਆਫ ਕੰਪਾਊਂਡ। वैसे ना मॉलिक्यूल्स ऑफ कंपाउंड करके तो फिर मैं 2 ला करवाऊंगी, ठीक है, वो इंपॉर्टेंट है। ठीक है, उस तो बाद आपां नैक्सट करांगे, या आपां अज इन्ना मॉलिक्यूल ऑफ कंपाउंड्स का करदे, कल ला भी कर लांगे ते नैक्सट भी कंप्लीट कर लांगे। ठीक है, कल तो ये चैप्टर कंप्लीट करवा देना। अज आपां गल करदे आ मॉलिक्यूल्स ऑफ कंपाउंड। मॉलिक्यूल्स ऑफ कंपाउंड प्लीज़ वीडियो नूं शेयर करियो, मैक्सीमम शेयर करो अपने फ्रेंड्स दे नाल। हुण तो आपां डेली मैं कोशिश करूँगी कि डेली अपलोड करा वीडियोज़। ठीक है जी, कई बार कुछ काम आ जाता है तो उसके लिए सॉरी, बट तुसी प्लीज़ इनू जिन्ना हो सके शेयर करो, लाइक करो वीडियो नूं एंड कमेंट जरूर दिया करो, फिर मैनूं भी मोटिवेशन मिलती है कि मैं डेली वीडियोज़ बनावां। ठीक है जी, चलो शुरू करते हैं मॉलिक्यूल्स ऑफ कंपाउंड। तो देखो जदों हुण आपां एटम्स नूं आपां गल की कीती सी, एटम्स ही कीती सी ना, एटम्स नूं जदों आपां ज्वाइन करदे हां,
की फॉर्म करन दे लई मोलीक्यूल। ठीक है, अगे जो मोलीक्यूल्स है इन्हां तो आपां की बना दिंदे आ, कंपाउंड बना दिंदे आ। क्लीयर। देखो एटम्स जो जुड़ते हैं एक प्रॉपर रेशो दे विच जदों एटम जुड़ते हैं तो की बनता अपने कोल मोलीक्यूल बनता है। मोलीक्यूल नू अगर मैं प्रॉपर अगे ज्वाइन करवाया जाए तो अपने कोल की फॉर्म हो जाता है, कंपाउंड बन जाता है। ठीक है जी, समझ आया। तो इस तो ही अपने कोल की हो जांदियां ने कुछ चीज़ां बन जांदियां, कुछ अपने कोल एग्जांपल्स हैं वो आपां करदे हां। देखो जिवें हुण मैं गल करा अपने कोल वाटर H2O सारिਆਂ ਨੂੰ पता है। इस दे विच अगर मैं गल करा किस किस दी कॉम्बिनेशन तो बनिया होया अपने कोल, किस तो बनिया होया हाइड्रोजन तो ते ऑक्सीजन तो मिलके। ये तो आजकल छोटे बच्चों को भी पता है वाटर अपने कोल दो चीज़ां दे मिक्सचर तो बनदा है, हाइड्रोजन एंड ऑक्सीजन दे मिक्सचर तो बनदा है। इसे ते अगर मैं गल करा हुण इन्हां दी रेशो की है, देखो बाय मास जो हाइड्रोजन है इसकी जो रेशो है मतलब मास है 1 है, सिंगल ऑक्सीजन है इसका मास कितना अपने को 8। क्लियर, तो 1:8 हो गया। यही तो की हो गया मास की रेशो। अगर मैं देखा एटम की रेशो कितनी है तो कितनी है, हाइड्रोजन किन्ने लिया मैं 2, ऑक्सीजन कितना लिया 1। तो इसनों आपां की बोलते हैं रेशो बाय द नंबर ऑफ एटम्स। एटम्स के अकॉर्डिंग कितनी अपने को रेशो बन रही है एंड मास के अकॉर्डिंग कितनी रेशो बन रही है 1:8। मीनस अपने को कोई भी मोलीक्यूल किस तरह नाल की है फॉर्म हो जाता है उसनों आपां की बोल दिंदे आ, कंपाउंड बोल दिंदे आ। मतलब जो मोलीक्यूल एक प्रॉपर रेशो दे विच की हो जाता है कंबाइन हो जाता है तो उसनों आपां की बोल दिंदे आ, कंपाउंड बोल दिंदे आ। उम्मीद है तुहानूं समझ आ चुकी। ठीक है जी, नैक्सट करिए। उम्मीद है तुहानूं अज कोई इहदे विच कलर दे विच कोई प्रॉब्लम नहीं होगी, कल तो आपां नॉर्मली स्क्रीन यूज करांगे। ठीक है जी, नैक्सट हुण अगर मैं एग्जांपल ले ला हाइड्रोजन परऑक्साइड, हाइड्रोजन परऑक्साइड। हुण देखो हाइड्रोजन परऑक्साइड की हुंदा है, ये किसदा कॉम्बिनेशन हुंदा है हाइड्रोजन ते ऑक्सीजन दा। इसनों किवें लिखिया जाता है HO। ठीक है, तो देखो इसका सब तो पहला अगर तो मैं एटम्स के अकॉर्डिंग रेशो देखा तो एटम्स की रेशो की अपने को 1:1, 21 हाइड्रोजन है 21 ऑक्सीजन है अपने को। अगर मैं इसकी रेशो मास के अकॉर्डिंग देखा, किस दे अकॉर्डिंग देखा मास के अकॉर्डिंग देखा तो इन्हां दी रेशो कितनी बन रही है अपने को 1:16, क्योंकि ऑक्सीजन का मास कितना होंदा है 16। ठीक है, एक ऑक्सीजन का एटॉमिक नंबर 8 होंदा है, ध्यान च रखियो। तो इसका मास कितना होंदा 16, मैं तुहानूं पिछे करवा चुकी हां, डबल होंदा। नैक्सट अगर मैं एग्जांपल लवां जिवें कार्बन मोनोऑक्साइड CO, कार्बन मोनोऑक्साइड तो किसका कॉम्बिनेशन है कार्बन ते ऑक्सीजन का। हुण इस दे विच अगर मैं देखा इसकी नंबर ऑफ एटम्स की गल करिए तो दोनों किन्ने ने 1:1। अगर मैं देखा मास दे हुण कार्बन का मास कितना हुंदा 12 रेशो, ऑक्सीजन का मास मैं हुणे दस्सिया कितना हुंदा 16। हुण ये दोनों डिविजिबल ने तो आपां सिंपल रेशो दे विच भी लिख सकते हैं, कितनी बनूगी 3:4। क्लीयर होया। तो ये किसदी आ गई अपने को मतलब किसका कॉम्बिनेशन बन रहा है 3:4, जो मास है किसका कार्बन ते ऑक्सीजन का। जो इसनों आपां ज्वाइन कर दिंदे आ तो अपने को जो कंपाउंड बनता है कार्बन मोनोऑक्साइड फॉर्म हो जाता है। लास्ट एक होर एग्जांपल कर लें आपां अमोनीया। ठीक है, फिर इस दे नाल ही अज लई सफिशिएंट काम हो जाऊगा। ठीक है, जस्ट अ सेकंड। हाँ जी, अमोनीया, अमोनीया का की फॉर्मूला होंदा है NH3। इसका मतलब की है अगर तो मैं एटम्स के अकॉर्डिंग रेशो देखा तो नाइट्रोजन का किन्ने 1, हाइड्रोजन के किन्ने एटम्स हैं 3, तो कितनी होगी 1:3। क्लियर। अगर मैं बाय मास देखा रेशो तो नाइट्रोजन का मास कितना होंदा मैं तुहानूं दस्सिया होया
14 डबल ਹੁੰਦਾ क्योंकि एटॉमिक नंबर नाइट्रोजन ਦਾ ਕਿੰਨਾ ਹੁੰਦਾ ਆਪਣੇ ਕੋਲ 7 ਇਸ ਦਾ ਮਾਸ ਕਿੰਨਾ ਹੁੰਦਾ ਆਪਣੇ ਕੋਲ 14 ਐਂਡ ਅਗਰ ਮੈਂ ਗੱਲ ਕਰਾਂ ਹਾਈਡਰੋਜਨ ਦਾ ਮਾਸ ਕਿੰਨੇ ਵੀ ਐਟਮ ਹੋਣ ਮਾਸ ਉਸਦਾ ਕਿੰਨਾ ਹੁੰਦਾ 1 ਹੁੰਦਾ ਠੀਕ ਹੈ ਹਾਈਡਰੋਜਨ ਦਾ 1 ਤਾਂ 2 ਜਦੋਂ ਹਾਈਡਰੋਜਨ ਹੋ ਗਿਆ ਤਾਂ ਡਬਲ ਹੋ ਗਿਆ 3 ਹੋ ਗਏ ਤਾਂ 3 ਤਾਂ 14:3 ਮਾਸ ਦੇ ਅਕੋਰਡਿੰਗ ਆਪਣੇ ਕੋਲ ਕੀ ਆ ਗਈ ਰੇਸ਼ੋ ਦਿਸ ਵਨ ਐਟਮਸ ਦੇ ਅਕੋਰਡਿੰਗ ਤਾਂ ਇਸ ਤਰ੍ਹਾਂ ਨਾਲ ਤੁਸੀਂ ਕੀ ਹੈ ਕੀ ਬਣਾ ਸਕਦੇ ਹੋ ਕਿ ਆਪਾਂ ਨੂੰ ਪਤਾ ਲੱਗ ਸਕਦਾ ਆਪਣੇ ਕੋਲ ਕਿੰਨੇ ਕੰਪਾਊਂਡਸ ਦੀ ਜ਼ਰੂਰਤ ਹੈ ਕਲੀਅਰ ਕਿੰਨੇ ਆਪਣੇ ਕੋਲ ਕੀ ਹੈ ਸੌਰੀ ਇੱਕ ਕੰਪਾਊਂਡ ਬਣਾਉਣ ਦੇ ਲਈ ਆਪਾਂ ਨੂੰ ਕਿੰਨੇ ਐਟਮਸ ਦੀ ਜ਼ਰੂਰਤ ਹੈ ਤੇ ਉਹਨਾਂ ਦੀ ਮਾਸ ਰੇਸ਼ੋ ਆਪਾਂ ਨੂੰ ਪਤਾ ਲੱਗ ਸਕਦੀ ਹੈ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਹੋਣਾ ਕਿ ਮੈਂ ਕੀ ਦੱਸਣਾ ਚਾਹਨੀ ਹਾਂ ਕਿ ਆਪਣੇ ਕੋਲ ਕਿਸੇ ਵੀ ਚੀਜ਼ ਦਾ ਅਗਰ ਤੁਸੀਂ ਕੰਪਾਊਂਡ ਬਣਾਉਣਾ ਹੈ ਪਹਿਲੀ ਗੱਲ ਤਾਂ ਕੰਪਾਊਂਡ ਮੈਂ ਤੁਹਾਨੂੰ ਸਿੰਪਲੀ ਇੱਕ ਵਾਰ ਫੇਰ ਵੈਰੀਫਾਈ ਐਕਸਪਲੇਨ ਕਰ ਦਿੰਦੀ ਹਾਂ ਸੌਰੀ ਸਿੰਪਲ ਜੀ ਚੀਜ਼ ਹੈ ਅਗਰ ਤੁਸੀਂ ਕੰਪਾਊਂਡ ਬਣਾਉਣਾ ਹੈ ਉਸ ਦੇ ਲਈ ਤੁਹਾਨੂੰ ਕੀ ਚਾਹੀਦੇ ਆ ਮੋਲੀਕਿਊਲ ਚਾਹੀਦੇ ਆ ਮੋਲੀਕਿਊਲ ਕਿਸ ਤੋਂ ਬਣਦੇ ਆ ਐਟਮਸ ਤੋਂ ਬਣਦੇ ਆ ਤਾਂ ਇਸ ਲਈ ਆਪਾਂ ਨੂੰ ਐਟਮਸ ਬਾਰੇ ਪਤਾ ਹੋਣਾ ਚਾਹੀਦਾ ਕਿ ਇਹਨਾਂ ਦੀ ਕਿੰਨੀ ਰੇਸ਼ੋ ਚਾਹੀਦੀ ਹੈ ਕਿੰਨੇ ਐਟਮਸ ਚਾਹੀਦੇ ਨੇ ਆਪਾਂ ਨੂੰ ਇੱਕ ਕੰਪਾਊਂਡ ਫਾਰਮ ਕਰਨ ਦੇ ਲਈ ਜਾਂ ਇੱਕ ਮੋਲੀਕਿਊਲ ਬਣਾਉਣ ਦੇ ਲਈ ਤੇ ਉਹਨਾਂ ਦਾ ਕਿੰਨਾ ਮਾਸ ਹੁੰਦਾ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਉਮੀਦ ਹੈ ਤੁਹਾਨੂੰ ਇਹ ਚੀਜ਼ ਕੀ ਹੈ ਸਮਝ ਆ ਚੁੱਕੀ ਹੈ ਠੀਕ ਹੈ ਜੀ ਬਾਕੀ ਦਾ ਆਪਾਂ ਨੈਕਸਟ ਕੱਲ ਕਰਾਂਗੇ ਕਲੀਅਰ ਕੱਲ ਕੋਸ਼ਿਸ਼ ਕਰੂੰਗੀ ਤੁਹਾਡਾ ਇਹ ਚੈਪਟਰ ਕੰਪਲੀਟ ਹੋ ਜੇ ਤੇ ਉਮੀਦ ਹੈ ਤੁਹਾਨੂੰ ਅੱਜ ਸਮਝ ਵੀ ਪ੍ਰੋਪਰ ਵੇ ਦੇ ਵਿੱਚ ਆ ਗਿਆ ਠੀਕ ਹੈ ਜੀ ਤਾਂ ਹੁਣ ਤੁਸੀਂ ਵੀ ਇੱਕ ਕੰਮ ਕਰਿਓ ਪਲੀਜ਼ ਸ਼ੇਅਰ ਕਰ ਦਿਓ ਮੈਕਸਿਮਮ ਆਪਣੇ ਫਰੈਂਡਸ ਦੇ ਨਾਲ ਸੋ ਦੈਟ ਉਹ ਵੀ ਆਪਣਾ ETT ਦੀ ਪ੍ਰਿਪਰੇਸ਼ਨ ਕਰ ਸਕਣ ਆਈ ਥਿੰਕ 1 ਮੰਥ ਹੀ ਰਹਿ ਗਿਆ ਤੁਹਾਡੇ ਐਗਜ਼ਾਮ ਦੇ ਵਿੱਚ ਤੇ ਪ੍ਰੋਪਰ ਵੇ ਦੇ ਵਿੱਚ ਉਹ ਪ੍ਰਿਪਰੇਸ਼ਨ ਕਰ ਸਕਣ ਠੀਕ ਹੈ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਅਗਰ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਸੋ ਦੈਟ ਤੁਹਾਨੂੰ ਹਰ ਇਨਫੋਰਮੇਸ਼ਨ ਟਾਈਮ ਟੂ ਟਾਈਮ ਮਿਲਦੀ ਰਹੇ ਠੀਕ ਹੈ ਜੀ ਥੈਂਕ ਯੂ ਸੋ ਮਚ